ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਵਡਹੰਸ ਮਹਲਾ ਤੀਜਾ। ਮਨ ਮੇਰੇ ਸਤਿਗੁਰ ਸੇਵਨ ਆਪਣਾ, ਸੇ ਜਨ ਵਡ ਭਾਗੀ ਰਾਮ। ਜੋ ਮਨ ਮਾਰਹਿ ਆਪਣਾ, ਸੇ ਪੁਰਖ ਬੈਰਾਗੀ ਰਾਮ। ਮਨ ਮੇਰੇ ਸਤਿਗੁਰ ਸੇਵਨ ਆਪਣਾ, ਸੇ ਜਨ ਵਡ ਭਾਗੀ ਰਾਮ। ਜੋ ਮਨ ਮਾਰਹਿ ਆਪਣਾ, ਸੇ ਪੁਰਖ ਬੈਰਾਗੀ ਰਾਮ। ਸੇ ਜਨ ਬੈਰਾਗੀ ਸੱਚ ਲਿਵ ਲਾਗੀ, ਆਪਣਾ ਆਪ ਪਛਾਣਿਆ। ਮਤ ਨਿਹਚਲ ਅਤ ਗੂੜੀ, ਗੁਰਮੁਖ ਸਹਜੇ ਨਾਮ ਵਖਾਣਿਆ। ਇਕ ਕਾਮਣ ਹਿਤਕਾਰੀ, ਮਾਇਆ ਮੋਹ ਪਿਆਰੀ। ਮਨ ਮੁਖ ਸੋਏ ਰਹੇ ਅਭਾਗੇ, ਨਾਨਕ ਸਹਜੇ ਸੇਵਹਿ ਗੁਰ ਆਪਣਾ, ਸੇ ਪੂਰੇ ਵਡ ਭਾਗੇ। ਇਕ ਕਾਮਣ ਹਿਤਕਾਰੀ, ਮਾਇਆ ਮੋਹ ਪਿਆਰੀ। ਮਨ ਮੁਖ ਸੋਏ ਰਹੇ ਅਭਾਗੇ, ਨਾਨਕ ਸਹਜੇ ਸੇਵਹਿ ਗੁਰ ਆਪਣਾ, ਸੇ ਪੂਰੇ ਵਡ ਭਾਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਪਾਤਸ਼ਾਹ ਸਾਹਿਬ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰਦਿਆਂ ਗੁਰੂ ਪਾਤਸ਼ਾਹ ਸਾਹਿਬ ਜੀ ਦੇ ਆਪਣੇ ਹੀ ਨਿਜ ਪਾਵਨ ਸਰੂਪ ਸ਼ਬਦ ਨਾਲ ਚਿੱਤ ਲਾ ਕੇ ਜਦ ਆਪ ਸਾਵਧਾਨ ਤੇ ਇਕਾਗਰ ਚਿੱਤ ਹੋਏ ਜੁੜ ਮਿਲ ਬੈਠੇ ਹੋ, ਪਾਤਸ਼ਾਹ ਗੁਰਦੇਵ ਜੀ ਦੀਆਂ ਬੇਅੰਤ ਵਡਿਆਈਆਂ ਤੇ ਮਹਿਰਮਤਾਂ ਜੋ ਸਤ ਸੰਗਤ ਵਿੱਚ ਸਦਾ ਵਰਤਦੀਆਂ ਨੇ, ਆਪ ਉਹਨਾਂ ਦੇ ਸਾਂਝੀ ਤੇ ਧਾਰਨੀ ਹੋਇਓ। ਕਿਰਪਾਲਤਾ ਕਰਨਾ, ਆਪਣੇ ਨਿਰਮਲ ਹਿਰਦੇ 'ਚੋਂ ਅਰਦਾਸ ਕਰਨਾ ਜੋ ਗੁਰੂ ਪਾਤਸ਼ਾਹ ਸਾਹਿਬ ਜੀ ਰਹਿਮਤ ਕਰਨ, ਪਾਵਨ ਸ਼ਬਦ ਦੀ ਵਿਚਾਰ, ਬੋਲਣ ਦਾ ਤਾਣ ਅਤੇ ਵਿਚਾਰ ਦਾ ਪ੍ਰਵਾਹ ਬਖਸ਼। ਇੱਕ ਵਾਰ ਆਸੀਸ ਦਿੰਦਿਆਂ ਅੰਮ੍ਰਿਤ ਦ੍ਰਿਸ਼ਟੀ ਪਾ ਕੇ ਜਪਣਾ ਜੀ ਸਤਨਾਮ ਸ਼੍ਰੀ ਵਾਹਿਗੁਰੂ। ਗਰੀਬ ਨਿਵਾਸ ਘਟ ਘਟ ਕੇ ਵਾਸੀ, ਸ਼੍ਰੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਜੋ ਸੱਚੇ ਪਾਤਸ਼ਾਹ ਸਾਹਿਬ ਜੀ ਨੇ ਕਿਰਪਾ ਕੀਤੀ ਹੈ। ਸੰਪੂਰਨ ਰਹਿਣ ਆਪਣੇ ਪਿਆਰ ਅਤੇ ਭਾਣੇ ਵਿੱਚ ਬਤੀਤ ਕਰਾਈਏ। ਅੰਮ੍ਰਿਤ ਵੇਲੇ ਦੀ ਜਾਗ ਬਖਸ਼ਿਸ਼ ਕੀਤੀ ਹੈ। ਇਸ ਵਕਤ ਆਪਣੇ ਹੀ ਪਾਵਨ ਦਰਬਾਰ ਦੀ ਹਾਜ਼ਰੀ ਭਰਨ ਦਾ ਸੁਭਾਗ ਬਖਸ਼ੇ। ਹਰ ਰੋਜ਼ ਦੀ ਤਰਾਜਵੀ ਸਾਹਿਬ ਦਾ ਬਖਸ਼ਿਸ਼ਾਂ ਦਾ ਦਰ ਖੁੱਲ੍ਹੇ, ਸਾਡੇ ਵਾਸਤੇ ਉਪਦੇਸ਼ ਪ੍ਰਾਪਤ ਹੋਇਆ। ਅਸੀਂ ਅਰਦਾਸ ਕਰ ਸਕੀਏ, ਤੁਮ ਦਾਤੇ ਠਾਕੁਰ ਪ੍ਰਤਪਾਲਕ,
ਨਾਇਕ ਖਸਮ ਹਮਾਰੇ। ਇਹ ਭਾਵ ਸਾਡੇ ਹਿਰਦੇ 'ਚ ਟਿਕ ਜਾਣ ਤੇ ਅੱਜ ਇਹ ਅਰਦਾਸ ਕਿਤੇ ਹੋਰ ਗਹਿਰੀ ਹੋ ਜਾਏ, ਕਿਉਂਕਿ ਅੱਜ ਦਾ ਇੱਕ ਭਾਵ ਸ਼੍ਰੀ ਹਰਿਕ੍ਰਿਸ਼ਨ ਤੇ ਆਈ ਹੈ, ਜਿਸ ਡਿਠੈ ਸਭ ਦੁੱਖ ਜਾਏ ਵਾਲਾ ਵੀ ਸਾਡੇ ਹਿਰਦਿਆਂ 'ਚ ਹੈ। 8ਵੇਂ ਪਾਤਸ਼ਾਹ ਬਾਲਾ ਪ੍ਰੀਤਮ ਸਾਹਿਬ ਸਤਿਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪਾਵਨ ਪ੍ਰਕਾਸ਼ ਪੁਰਬ ਹੈ। ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ। ਗੁਰਦੇਵ ਪਾਤਸ਼ਾਹ ਸਾਹਿਬ ਜੀ ਕੀਰਤਪੁਰ ਸਾਹਿਬ ਦੀ ਪਾਵਨ ਧਰਤੀ 'ਤੇ 7ਵੇਂ ਪਾਤਸ਼ਾਹ ਸਤਿਗੁਰੂ ਹਰਿਰਾਏ ਸਾਹਿਬ ਜੀ ਦੇ ਗ੍ਰਹਿ ਪ੍ਰਗਟ ਹੋਏ ਨੇ। ਅੱਜ ਅਸੀਂ ਉਹਨਾਂ ਦੇ ਪਾਵਨ ਪ੍ਰਕਾਸ਼ ਪੁਰਬ ਦੀਆਂ ਖੁਸ਼ੀਆਂ ਥਾਂ ਪਰ ਥਾਂ 'ਤੇ ਜਿੱਥੇ ਵੀ ਸਿੱਖ ਸੰਗਤਾਂ ਸੁਸ਼ੋਭਿਤ ਨੇ, ਆਪਣੇ ਆਪਣੇ ਭਾਵ ਮੁਤਾਬਕ ਸਮਰੱਥਾ ਮਤ ਬੁੱਧ ਦੇ ਸਦਕੇ ਅੱਜ ਗੁਰਪੁਰਬ ਦੀਆਂ ਬਖਸ਼ਿਸ਼ਾਂ ਨੂੰ ਪ੍ਰਾਪਤ ਕੀਤਾ ਜਾ ਰਿਹਾ ਹੈ। ਗੁਰਦੇਵ ਕਿਰਪਾ ਕਰਨ ਅਸੀਂ ਇਸ ਭਾਵ ਨੂੰ ਹਿਰਦੇ 'ਚ ਵਸਾ ਸਕੀਏ ਕਿ ਗੁਰੂ ਪਾਤਸ਼ਾਹ ਦੇ ਬਾਬਤ ਜੋ ਅਰਦਾਸ ਰੋਜ਼ ਇੱਕ ਬਚਨ ਆਪਾਂ ਪੜ੍ਹਦੇ, ਸ਼੍ਰੀ ਹਰਿਕ੍ਰਿਸ਼ਨ ਤੇ ਆਈ ਹੈ, ਜਿਸ ਡਿਠੈ ਸਭ ਦੁੱਖ ਜਾਏ, ਤੇ ਕਿਤੇ ਧਿਆਈਆ ਦੇ ਮੁਕਾਮ ਨੂੰ ਅਸੀਂ ਪ੍ਰਾਪਤ ਕਰ ਸਕੀਏ, ਧਿਆਈਆ ਦੇ ਉਸ ਅਵਸਥਾ ਨੂੰ ਅਸੀਂ ਛੂ ਸਕੀਏ। ਸਾਨੂੰ ਦੱਸਿਆ ਹੈ ਧਿਆਵਣ ਦੀ ਜੁਗਤ, ਊਠਤ ਬੈਠਤ ਸੋਵਤ ਧਿਆਈਆ। ਇਹਦੇ ਵਾਸਤੇ ਸਾਨੂੰ ਕਿਸੇ ਵਿਸ਼ੇਸ਼ ਧਿਆਨ ਮੁਦਰਾ ਦੀ ਲੋੜ ਨਹੀਂ ਹੈ ਕਿ ਅਸੀਂ ਭਾਈ ਕਿਤੇ ਵੱਖਰੇ ਤਰੀਕੇ ਦੇ ਨਾਲ ਚੌਕੜੀ ਲਗਾ ਕੇ ਬੈਠਾਂਗੇ, ਸਾਡੇ ਵਾਸਤੇ ਕੋਈ ਵਿਸ਼ੇਸ਼ ਥਾਂ ਬਣੇਗਾ ਅਤੇ ਤਾਂ ਅਸੀਂ ਐਸਾ, ਜਿਵੇਂ ਆਮ ਲੋਕ ਕਹਿੰਦੇ ਨੇ ਧਿਆਨ ਟਿਕਾਓ ਭਾਈ, ਬਸ ਧਿਆਨ ਤਾਂ ਟਿਕਾਣਾ ਹੈ, ਪਰ ਹਰ ਵੇਲੇ ਟਿਕਾਣਾ ਹੈ। ਇਹ ਨਹੀਂ ਕਿ 10-20 ਮਿੰਟ ਬੈਠੇ ਅਤੇ ਅੱਖਾਂ ਮਿੱਟੀਆਂ, ਧਿਆਨ ਟਿਕ ਗਿਆ, ਠੀਕ ਹੈ, ਉਹ ਆਪਣੀ ਜਗ੍ਹਾ 'ਤੇ ਚੰਗਾ ਹੈ, ਉਹਦੀ ਇੱਕ ਆਪਣੀ ਵੱਖਰੀ ਮਹੱਤਤਾ ਹੈ। ਪਰ ਸਾਨੂੰ ਤਾਂ ਹੁਕਮ ਇਹ ਹੈ ਕਿ ਹਰ ਵੇਲੇ, ਅਤੇ ਹਰ ਵੇਲੇ ਦਾ ਮਤਲਬ ਫਿਰ ਹੋਈ ਹੋ ਗਿਆ ਨਾ, ਉੱਠਦਿਆਂ ਬਹਿੰਦਿਆਂ ਸੌਂਦਿਆਂ ਜਾਗਦਿਆਂ ਘਰ ਪਰਿਵਾਰ ਸੰਸਾਰ 'ਚ ਵਿਚਰਦਿਆਂ ਹਰ ਵਕਤ ਸਾਡੇ ਚਿੰਤਨ 'ਚ ਗੁਰੂ ਹੋਵੇ। ਹਾਂ, ਇਹ ਗੱਲ ਬੜਾ ਰਹੱਸਵਾਦ ਹੈ ਕਿ ਗੁਰੂ ਪਾਤਸ਼ਾਹ ਸਾਹਿਬ ਜੀ ਦੇ 10 ਸਰੂਪ ਨੇ ਸਾਡੇ ਕੋਲ, ਉਹਨਾਂ ਸਰੂਪਾਂ ਦਾ ਵੀ ਅਲੱਗ-ਅਲੱਗ ਲੋਕ ਪਿਆਰੇ ਆਪਣੇ ਆਪਣੇ ਮਾਨਸਿਕ ਅਤੇ ਜੋ ਸ਼ਰਧਾਵਾਨ ਦੇ ਅਵਸਥਾਵਾਂ ਨੇ ਉਹਨਾਂ ਦੇ ਮੁਤਾਬਕ ਧਿਆਨ ਧਰਦੇ ਨੇ, ਪਰ ਇਸ ਨੂੰ ਬਦਲ ਨਹੀਂ ਸਕਦੇ ਅਸੀਂ, ਸੁਭਾਵਕ ਹੈ। ਅਸੀਂ ਵੇਖਿਆ ਹੁਣ ਥਾਂ ਪਰ ਥਾਂ 'ਤੇ ਜਾਂਦੇ ਹਾਂ, ਕਈ ਵਾਰ ਗਾਹੇ ਬਗਾਹੇ ਅਸੀਂ ਧਾਰਮਿਕ ਸਥਾਨਾਂ 'ਤੇ ਜੋ ਇਤਿਹਾਸਕ ਨੇ ਜਾਈਦਾ ਹੈ, ਅਤੇ ਉੱਥੋਂ ਦਾ ਜੋ ਦਰਸ਼ਨ ਹੁੰਦਾ ਹੈ, ਜੋ ਉੱਥੋਂ ਦੀ ਵਿਚਾਰਧਾਰਾ ਕੰਮ ਕਰ ਰਹੀ ਹੁੰਦੀ ਹੈ, ਸਾਨੂੰ ਪ੍ਰਭਾਵਿਤ ਕਰਦੀ ਹੈ। ਮੰਨ ਲਓ ਆਪ ਜੀ ਖਡੂਰ ਸਾਹਿਬ ਜਾਂਦੇ ਹੋ ਅਤੇ ਉੱਥੇ ਮੱਥਾ ਟੇਕਦੇ ਆਲੇ ਦੁਆਲੇ ਦੇਖਣਾ ਧੰਨ ਗੁਰੂ ਅੰਗਦ ਦੇਵ, ਧੰਨ ਗੁਰੂ ਅੰਗਦ ਦੇਵ ਹੋ ਰਹੀ ਹੁੰਦੀ। ਉੱਥੋਂ ਚੱਲ ਕੇ ਗੋਇੰਦਵਾਲ ਸਾਹਿਬ ਆ ਜਾਈਏ ਅਤੇ ਥੋੜ੍ਹਾ ਦੂਰ ਹੈ, ਬਹੁਤਾ ਕਿਤੇ ਸੈਂਕੜੇ ਮੀਲ ਨਹੀਂ ਹੈ, ਪਰ ਉੱਥੋਂ ਤੱਕ ਇੱਕ ਦਰਸ਼ਨ ਦਾ ਪੱਖ ਬਦਲ ਜਾਂਦਾ ਹੈ। ਉੱਥੇ ਮੱਥਾ ਟੇਕਣ ਵਾਲੇ, ਸੇਵਾ ਕਰਨ ਵਾਲੇ ਧੰਨ ਗੁਰੂ ਅਮਰਦਾਸ, ਧੰਨ ਗੁਰੂ ਅਮਰਦਾਸ ਕਹਿ ਰਹੇ ਨੇ। ਉੱਥੇ ਭੱਲੇ ਅਮਰਦਾਸ ਗੁਣ ਤੇਰੇ ਤੁਕਾਂ ਬਹੁਤ ਪਿਆਰ ਨਾਲ ਗਾਈਆਂ ਅਤੇ ਪੜ੍ਹੀਆਂ ਜਾ ਰਹੀਆਂ। ਥੋੜ੍ਹਾ ਜਿਹਾ ਅੱਗੇ ਆ ਕੇ ਤਰਨ ਤਾਰਨ ਸਾਹਿਬ ਇੱਕ ਹੀ ਚੇਨ ਵਿੱਚ ਨੇ, ਅੱਧੇ ਦੇ ਪੌਣੇ ਘੰਟੇ ਦੀ ਡਰਾਈਵ 'ਤੇ ਨੇ ਨਾ। ਤਰਨ ਤਾਰਨ ਸਾਹਿਬ ਆ ਗਏ, ਉੱਥੇ ਧੰਨ ਗੁਰੂ ਅਰਜਨ ਦੇਵ, ਧੰਨ ਗੁਰੂ ਅਰਜਨ ਦੇਵ ਹੋ ਰਹੀ ਹੁੰਦੀ ਹੈ। ਦਰਬਾਰ ਸਾਹਿਬ ਆ ਜੀ, ਧੰਨ ਗੁਰੂ ਰਾਮਦਾਸ, ਧੰਨ ਗੁਰੂ ਰਾਮਦਾਸ ਸਾਹਿਬ ਹੋ ਰਹੀ ਹੁੰਦੀ ਹੈ। ਕਿਤੇ ਆਪ ਅਨੰਦਪੁਰ ਸਾਹਿਬ ਚਲੇ ਜਾਈਏ ਅਤੇ ਉੱਥੇ ਧੰਨ ਗੁਰੂ ਗੋਬਿੰਦ ਸਿੰਘ, ਧੰਨ ਗੁਰੂ ਗੋਬਿੰਦ ਸਿੰਘ ਹੈ। 4-5 ਮੀਲ ਉਰਾਂ ਆ ਗਏ ਕੀਰਤਪੁਰ ਸਾਹਿਬ, ਅਤੇ ਉੱਥੇ ਸਤਿਗੁਰੂ ਹਰਿਰਾਏ ਸਾਹਿਬ, ਕਿਉਂਕਿ ਉੱਥੇ ਵਰਤ ਰਿਹਾ ਹੈ ਗੁਰੂ ਹਰਿਰਾਏ ਸਾਹਿਬ ਦਾ ਜਲਵਾ। ਗੁਰੂ ਹਰਿਕ੍ਰਿਸ਼ਨ ਸਾਹਿਬ ਅਤੇ ਗੁਰੂ ਹਰਿਰਾਏ ਸਾਹਿਬ ਜੀ ਦੁਨਿਆਵੀ ਤਰੀਕੇ ਨਾਲ ਪਿਤਾ ਪੁੱਤਰ ਨੇ, ਇਹਨਾਂ ਦਾ ਪ੍ਰਕਾਸ਼ ਸਥਾਨ ਕੀਰਤਪੁਰ ਸਾਹਿਬ ਵਿਖੇ ਹੈ, ਵਰਤ ਰਹੀ ਹੈ। ਪੰਜੋਖਰਾ ਸਾਹਿਬ ਜਾਵਾਂਗੇ ਤਾਂ ਉੱਥੇ ਧੰਨ ਗੁਰੂ ਹਰਿਕ੍ਰਿਸ਼ਨ ਬਾਲਾ ਪ੍ਰੀਤਮ ਹੋ ਰਹੀ ਹੈ। ਸ਼ੀਸ਼ਗੰਜ ਸਾਹਿਬ ਗਏ ਅਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਹੋ ਰਹੀ ਹੈ। ਬੰਗਲਾ ਸਾਹਿਬ ਇੱਕ ਹੀ ਸ਼ਹਿਰ ਵਿੱਚ ਦੂਜੇ ਸਥਾਨ 'ਤੇ ਚਲੇ ਜਾਈਏ, ਉੱਥੇ ਧੰਨ ਗੁਰੂ ਹਰਿਕ੍ਰਿਸ਼ਨ ਵੀ। ਇੱਕ ਬਹੁਤ ਮਾਈਨਰ ਜਿਹੇ ਭੇਤ ਨੇ ਜੋ ਅਵਸਥਾਵਾਂ ਦੇ ਨਾਲ ਸਥਾਨਾਂ ਦੇ ਨਾਲ ਪ੍ਰਭਾਵਿਤ ਨੇ, ਔਰ ਇਹ ਸਾਨੂੰ ਵੀ ਪ੍ਰਭਾਵਿਤ ਕਰਦੇ ਨੇ।
ਅਸੀਂ ਵੀ ਇਹਨਾਂ ਦੇ ਸਦਕੇ ਪ੍ਰਭਾਵਿਤ ਹੁੰਦੇ ਹਾਂ, ਰਹਿ ਨਹੀਂ ਸਕਦੇ, ਕਿਉਂਕਿ ਸਾਡੀ ਮਨੋਦਸ਼ਾ ਜਿਹੜੀ ਹੈ ਮਨੁੱਖ ਹੋਣ ਦੇ ਨਾਤੇ ਦਸਾਂ ਪਾਤਸ਼ਾਹਾਂ ਦੇ ਅਲੱਗ-ਅਲੱਗ ਸਰੂਪਾਂ ਦੇ ਪ੍ਰਤੀ ਪ੍ਰਭਾਵਿਤ ਤੇ ਪ੍ਰੇਮ ਕਰਦੇ ਹਾਂ। ਅਤੇ ਅੱਜ ਚੂੰਕਿ 8ਵੇਂ ਪਾਤਸ਼ਾਹ ਸਤਿਗੁਰੂ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਾ ਪਾਵਨ ਪ੍ਰਕਾਸ਼ ਪੁਰਬ ਹੈ ਅਤੇ ਇਸ ਭਾਵ ਦੇ ਵਿੱਚ ਟਿਕੇ ਹਾਂ। ਹਾਂ, ਇਹ ਗੱਲ ਵੱਖਰੀ ਕਿ ਸਾਡੇ ਮਨਾਂ ਦੇ ਜੋ ਭਾਵ ਗਹਿਰੇ ਨੇ ਉਹਨਾਂ ਦੀ ਕੁਝ ਹੋਰ ਵੀ ਗਹਿਰਾਈ ਪ੍ਰਾਪਤ ਹੋ ਸਕੇ ਜੇਕਰ ਅਸੀਂ ਸ਼ਬਦ ਵਿਚਾਰ ਸ਼ਬਦ ਦੇ ਸਦਕੇ ਇਹਨਾਂ ਦੇ ਦਰਸ਼ਨ ਕਰ ਸਕੀਏ। ਸਿਆਣੇ ਕਹਿੰਦੇ ਨੇ ਕਿ ਆਪਣੇ ਬਾਰੇ ਹੀ ਸਭ ਤੋਂ ਬਿਹਤਰ ਰਾਏ ਹੁੰਦੀ ਹੈ। ਅਸਾਂ ਤੋਂ ਕੋਈ ਦੂਸਰੇ ਦੇ ਬਾਰੇ ਪੁੱਛੇ ਤਾਂ ਅਸੀਂ ਥੋੜ੍ਹਾ ਬਹੁਤਾ ਦੱਸਾਂਗੇ, ਪਰ ਜੇ ਖੁਦ ਤੋਂ ਪੁੱਛੀਏ ਵੀ ਤੁਹਾਡੇ ਬਾਰੇ ਤੁਸੀਂ ਕੀ ਕਹਿੰਦੇ ਹੋ ਆਪਣੇ ਬਾਰੇ, ਪਹਿਲਾਂ ਤਾਂ ਉਹ ਆਪਣੇ ਆਪ ਨੂੰ ਛੁਪਾਏਗਾ। ਅਗਰ ਸਿਆਣਾ ਹੋਏਗਾ ਤਾਂ ਇਹ ਕਹੇਗਾ ਨਹੀਂ ਮੈਂ ਤਾਂ ਕੁਛ ਨਹੀਂ ਆ, ਛੁਪਾ ਕੇ ਰੱਖੇਗਾ। ਪਰ ਜੇ ਹੌਲੀ ਹੌਲੀ ਗੱਲਾਂ ਪੁੱਛਾਂਗੇ ਤਾਂ ਫਿਰ ਜੋ ਬਿਆਨ ਉਹਨਾਂ ਦਾ ਆਪਣੇ ਬਾਰੇ ਆਪਣਾ ਹੋਏਗਾ ਉਹ ਗਲਤ ਨਹੀਂ ਹੋਏਗਾ, ਬਿਹਤਰ ਸਟੀਕ ਬਿਆਨ ਹੁੰਦਾ ਹੋਏਗਾ। ਅਤੇ ਚੇਤਾ ਰੱਖਣਾ ਗੁਰੂ ਸਾਹਿਬ ਦੇ ਬਾਬਤ ਸਭ ਤੋਂ ਬਿਹਤਰੀਨ ਬਿਆਨ ਗੁਰਬਾਣੀ ਵਿੱਚ ਹੈ। ਬਾਕੀ ਅਸੀਂ ਤੁਸੀਂ ਕਥਾ ਕਹਾਣੀਆਂ ਕਰਦੇ ਰਹਿੰਦੇ ਹਾਂ, ਉਹਦੇ ਵਿੱਚ ਸਾਡੀ ਮੈਂ, ਸਾਡਾ ਆਪਣਾ, ਸਾਡਾ ਵਿਚਾਰ ਜਿਹੋ ਜਿਹੇ ਸਟਰਕਚਰ 'ਚੋਂ ਅਸੀਂ ਨਿਕਲ ਕੇ ਆਏ ਹਾਂ ਉਹ ਨਾਲ ਚੱਲਦਾ ਹੈ, ਚੱਲੇਗਾ। ਪਰ ਜਦੋਂ ਅਸੀਂ ਗੁਰਬਾਣੀ ਦੇ ਦਾਇਰੇ 'ਚ ਪ੍ਰਵੇਸ਼ ਕਰਾਂਗੇ ਅਤੇ ਫਿਰ ਜੋ ਗੁਰੂ ਦਾ ਆਪਣਾ ਬੋਲ, ਆਪਣਾ ਉਪਦੇਸ਼, ਆਪਣਾ ਪਿਆਰ, ਆਪਣੀ ਬਖਸ਼ਿਸ਼ ਹੈ ਉਹ ਵਰਤੇਗੀ। ਅੱਜ ਪ੍ਰਕਾਸ਼ ਪੁਰਬ ਹੈ ਅਤੇ ਗੁਰੂ ਸਾਹਿਬ ਸਾਨੂੰ ਕੀ ਕਹਿੰਦੇ ਨੇ, ਭਾਈ ਇਹ ਕੰਮ ਕਰਿਓ, ਆ ਦੇਖੋ ਮਨ ਮੇਰੇ ਸਤਿਗੁਰ ਸੇਵਨ ਆਪਣਾ, ਮੇਰੇ ਮਨਾ ਥੋੜ੍ਹਾ ਜਿਹਾ ਧਿਆਨ ਕਰ, ਤੇਰੇ ਆਲੇ ਦੁਆਲੇ ਬਹੁਤ ਸਾਰੇ ਹੋਰ ਗੁਰਸਿੱਖ ਹੋਰ ਲੋਕ ਨੇ ਨਾ, ਅਤੇ ਇਹਨਾਂ ਆਲੇ ਦੁਆਲੇ ਦੇ ਆਪਣੇ ਸੇਵਕਾਂ ਪਿਆਰਿਆਂ ਸੰਗੀਆਂ ਸਾਥੀਆਂ ਧਿਆਨ ਪਾ ਕੇ ਦੇਖ, ਤੁਹਾਡੇ ਵਿੱਚ ਕੁਝ ਐਸੇ ਜੀ ਹੋਣਗੇ ਜੋ ਆਪਣੇ ਗੁਰੂ ਦੀ ਸੇਵਾ ਨੂੰ ਬਹੁਤ ਭਾਵ ਦੇ ਨਾਲ ਕਰਦੇ ਹੋਣਗੇ। ਅਸੀਂ ਸਾਰੇ ਹੀ ਆਪਣੇ ਆਪ 'ਤੇ ਕਹਿੰਦੇ ਅਸੀਂ ਸੇਵਾ ਕਰਦੇ ਭਾਈ, ਅਸੀਂ ਸੇਵਾਦਾਰ ਹਾਂ, ਪਰ ਉਸ ਸੇਵਾ ਦੇ ਭਾਵ ਕਿਤਨੇ ਗਹਿਰੇ ਨੇ ਇਹ ਸਾਡੇ ਸਭ ਦੇ ਅਲੱਗ-ਅਲੱਗ ਨੇ। ਅਸੀਂ ਕੋਈ ਸੇਵਾ ਕਰਦੇ ਹਾਂ ਆਪਾਂ ਬਚਾ ਕੇ ਕਰਦੇ ਹਾਂ, ਆਪਣੀ ਸੇਫਟੀ ਦਾ ਪ੍ਰਬੰਧ ਕਰਕੇ ਕਰਦੇ, ਮੇਰੀ ਮੈਂ ਬਚੀ ਰਹੇ। ਪਰ ਕੁਝ ਸੇਵਕ ਉਹ ਨੇ ਜੋ ਆਪਣੀ ਮੈਂ ਨੂੰ ਮਾਰਨ ਵਾਸਤੇ ਸੇਵਾ ਕਰਦੇ ਨੇ। ਮਹਾਰਾਜ ਕਹਿਣ ਲੱਗੇ ਮੇਰੇ ਮਨਾ ਆਪਣੇ ਆਲੇ ਦੁਆਲੇ ਧਿਆਨ ਪਾ ਕੇ ਦੇਖ, ਇੱਕ ਗੱਲ ਦ੍ਰਿੜ ਕਰ ਲਾ, ਸਤਿਗੁਰ ਸੇਵਨ ਆਪਣਾ। ਜਿਹੜੇ ਪਿਆਰੇ ਜੀ ਆਪਣੇ ਸਤਿਗੁਰੂ ਦੀ ਸੇਵਾ ਕਰਦੇ ਨੇ ਅਤੇ ਮਹਾਰਾਜ ਫਿਰ ਜਿਹੜੇ ਸਤਿਗੁਰੂ ਦੀ ਸੇਵਾ ਕਰਦੇ ਨੇ ਉਹਨਾਂ ਜੀਆਂ ਨੂੰ ਕੀ ਕਹਾਂਗੇ ਅਸੀਂ, ਉਹਨਾਂ ਦੇ ਬਾਬਤ ਸਾਡੀ ਦ੍ਰਿਸ਼ਟੀ ਕੈਸੀ ਹੋਣੀ ਚਾਹੀਦੀ ਹੈ। ਮਹਾਰਾਜ ਕਹਿੰਦੇ ਕਿ ਸੇ ਜਨ ਵੱਡ ਭਾਗੀ ਰਾਮ, ਉਹ ਵੱਡੇ ਭਾਗਾਂ ਵਾਲੇ ਜਿਨ੍ਹਾਂ ਨੂੰ ਸਤਿਗੁਰੂ ਦੀ ਸੇਵਾ ਪ੍ਰਾਪਤ ਹੋਈ ਹੈ ਉਹ ਵੱਡੇ ਭਾਗਾਂ ਵਾਲੇ ਨੇ। ਪਾਵਨ ਬਾਣੀ ਦਾ ਪਾਠ ਕਰਦਿਆਂ ਇੱਕ ਬਚਨ ਆਪਣੇ ਪੜ੍ਹਿਆ ਹੋਣਾ, ਜਿੱਥੇ ਸਾਡੇ ਆਮ ਸ਼੍ਰੇਣੀਆਂ ਦੇ ਵੰਡ ਕੀਤੀ ਹੈ ਅਤੇ ਨਾਲ ਭਾਗਾਂ ਦਾ ਜ਼ਿਕਰ ਕੀਤਾ। ਸਾਧੂਆਂ ਦੇ ਵੱਡੇ ਭਾਗ ਨੇ ਭਾਈ, ਭਗਤਾਂ ਦੇ ਵੱਡੇ ਭਾਗ ਨੇ, ਲੇਕਿਨ ਸਭ ਤੋਂ ਵੱਡੇ ਭਾਗ ਕਿਹਨਾਂ ਦੇ ਨੇ? ਅਤੇ ਮਹਾਰਾਜ ਕਹਿੰਦੇ ਸਭ ਗੁਰਸਿੱਖਾਂ ਕੇ ਭਾਗ ਸਭ ਤੋਂ ਵੱਡੇ ਹੁੰਦੇ ਨੇ, ਕਿਉਂਕਿ ਸਾਡੀ ਦ੍ਰਿਸ਼ਟੀ ਵਿੱਚ ਜਿਹਦੇ ਕੋਲ 4 ਪੈਸੇ ਅਤੇ ਸਹੂਲਤ ਜ਼ਿਆਦਾ ਹੈ ਬੜੇ ਵੱਡੇ ਭਾਗਾਂ ਵਾਲਾ ਹੈ। ਸਾਡੀ ਦ੍ਰਿਸ਼ਟੀ ਕੁਛ ਇੱਦਾਂ ਦੀ ਹੈ ਵੀ ਜਿਹਦੇ ਕੋਲ 4 ਪੈਸੇ ਜ਼ਿਆਦਾ ਨੇ, ਸਹੂਲਤ ਜ਼ਿਆਦਾ ਹੈ, ਚੰਗੇ ਸ਼ਹਿਰ 'ਚ ਰਹਿੰਦਾ ਹੈ, ਚੰਗੇ ਘਰ ਮਕਾਨ 'ਚ ਰਹਿੰਦਾ ਹੈ, ਧੀਆਂ ਪੁੱਤਰ ਪਰਿਵਾਰ ਚੰਗਾ ਹੈ, ਅਸੀਂ ਕਹਿੰਦੇ ਫਲਾਣਾ ਬੰਦਾ ਬੜੇ ਭਾਗਾਂ ਵਾਲਾ ਭਾਈ। ਦੇਖੋ ਉਹਦੇ ਭਾਗ ਖਿੜੇ, ਭਾਗ ਜਾਗੇ, ਸਭ ਕੁਛ ਜਾਗੇ ਭਾਗਾਂ ਦੇ ਸਦਕੇ ਮਿਲਦਾ ਹੈ, ਕੋਈ ਦੋ ਰਾਏ ਨਹੀਂ ਹੈ। ਚੰਗੇ ਇਲਾਕੇ 'ਚ ਰਹਿਣਾ, ਚੰਗੇ ਲੋਕਾਂ ਦੇ ਵਿੱਚ ਰਹਿਣਾ ਸਭ ਵੱਡੇ ਭਾਗਾਂ ਸਦਕੇ ਹੈ। ਪਰ ਸਤਿਗੁਰੂ ਦੀ ਸੇਵਾ ਦੇ ਵਿੱਚ ਟਿਕ ਜਾਣਾ ਇਹ ਬਹੁਤ ਵੱਡੇ ਭਾਗਾਂ ਦੇ ਸਦਕੇ ਹੈ। ਅਸੀਂ ਰੋਜ਼ ਪੜ੍ਹਦੇ ਬਿਨ ਭਾਗਾਂ ਸਤ ਸੰਗ ਨਾ ਲੱਭੇ। ਜਿਹੜੇ ਸਤਿਗੁਰੂ ਦੀ ਸੇਵਾ ਕਰਦੇ ਨੇ ਉਹ ਵੱਡੇ ਭਾਗਾਂ ਵਾਲੇ ਨੇ। ਅਤੇ ਮਹਾਰਾਜ ਸਤਿਗੁਰੂ ਦੀ ਸੇਵਾ ਤਾਂ ਬਹੁਤ ਲੋਕ ਕਰਦੇ ਨੇ, ਆਲੇ ਦੁਆਲੇ ਦੇਖਦੇ ਹਾਂ ਬਹੁਤ ਲੋਕ ਨੇ ਜੋ ਸਤਿਗੁਰੂ ਦੀ ਸੇਵਾ ਕਰਦੇ ਨੇ। ਮਹਾਰਾਜ ਕਹਿਣਗੇ ਫਿਰ ਇਹਨਾਂ 'ਚੋਂ ਅਗਲੀ ਦ੍ਰਿਸ਼ਟੀ, ਅਗਲਾ ਪੱਖ, ਜੋ ਮਨ ਮਾਰਹਿ ਆਪਣਾ
सेवा करने वाले वड्डे भागां वाले ने, पर सेवा करते करते जो अपने मन नूं मार लैंदे ने। इतिहास दी साखियां चों ऐसे बहुत सारे जी दर्शन होवणगे जो गुरु की सेवा करते ने पर अपना मन भी नाल बचा के रखते ने। अपनी होंद, अपनी हैसियत, अपने बारे भी वो सेफ्टी पॉइंट बचा लेंदे ने। पर कुछ वो देखांगे जिहड़े अपने आप नूं बचा के नहीं रखते, अपने आप नूं गुरु चरणां 'च टिका के रखते हैं। तो जिहड़े जी अपने आप नूं गुरु चरणां 'च टिका देंदे ने, अपने मन की गल इत्थे नहीं करते। महाराज कहते जो मन मार है अपना से पुरख बैरागी राम। ये भाई वो तो फिर बैरागी ने ना। तो बैरागी का मतलब ये नहीं कि जना काठ की कंठी गल पाई है, तन ते भभूत कोई ला ली ते मत्थे ते कोई वखरा तिलक ला ले ते बैरागी हो गए। वो एक संप्रदाय है, वो बैरागियां का एक संप्रदाय हो सकता है। ਉਹਦੇ ਵਿੱਚ भी प्रेम वाले लोग हो सकते हैं, तो ਉਹਦੇ ਵਿੱਚ भी हंकारी लोग हो सकते हैं। पर इत्थे सानू ये नहीं कहते कि तुसीं किसी विशेष संप्रदाय के रूप में लिबास अख्तियारात कर लो। नहीं, तुसीं मानसिक अवस्था ते बैरागी बनो। किस तरह के बैरागी बनीए? बैरागी तो मतलब हुंदा जो सब कुछ छड़ चुका हो। बैरागी का असल भाव ही है जो सारे पदार्थों की पकड़ नूं त्याग बैठा हो। पदार्थों के विच रहिंदा भी होवे पर पदार्थों की पकड़ नूं भी त्याग बैठा हो। वो असल बैरागी स्वरूप हुंदा है। इसे करके धर्म दर्शन दे विच कमल का जिक्र बहुत है। जिवें दा जन्म भी चिक्कड़ चों हुंदा है, उसकी खुराक भी चिक्कड़ चों मिलती है, उसका जीवन भी चिक्कड़ ते पानी विच ही है। पर बावजूद इस दे जन्म लैण दे, खुराक लैण दे, विच रहण दे बावजूद भी वो आलूदा नहीं हुंदा। वो पानी च भिजदा नहीं है, चिक्कड़ दे विच लिबड़दा नहीं है। किते गलती दे नाल कमल दा फुल टुट के चिक्कड़ च डिग भी पवे ना, ते कदे उठा के देखना चिक्कड़ ते उहदे पत्ते जो फुल दियां पंखुड़ियां ने, वो चिक्कड़ उहदा रंग रूप कुछ नहीं बदले। जरा को पानी दे चार छिट्टे पैण कमल खिड़िया होया, क्योंकि वो निर्मल है। इसे करके धर्म खेतर विच कमल का जिक्र बार बार किया जाता है। और सानू भी ऐसा ही जीवन जो खिड़िया होया जीवन होवे विच रहिए, पर जरा को पानी पिया तो असीं निर्मल हो जाइए, साडा जीवन इस तरह उत्तम हो जाए। अज असीं सतगुरु हरकृष्ण साहिब जी के पुरबां की संगत करदे बैठते हैं ना, तो असीं देखते महाराज जी ने सानू यही तो जीवन दिता है। बेशक दुनियावी तौर पर कहण नूं 8वें पातशाह साहिब जी की उम्र बाला है, क्योंकि 5 कुछ साल की अवस्था दे विच ही 7वें पातशाह साहिब जी ने गुरता गद्दी ते सुशोभित कर दिता है। और इत्थों सानू 2 चीज़ां मिलदियां ने। साडे कोल तीसरी पातशाही ते 8वीं पातशाही ने सानू ये गल साडे खाने च पा दिती है कि गुरु सिੱਖੀ ते गुरु की बख्शिश का जो मकाम है, इत्थे उम्र का कोई तकाजा नहीं है। तो उम्र हुंदी जे समय दे नाल संबंधित, गुरु दे उत्ते समय का कोई प्रभाव नहीं है। तीसरे पातशाह साहिब जी 95 वरियां की आरजा दे विच अगवाई करते हैं। 95 साल की संसार उम्र हंडाते हैं और खड़े होकर अगवाई करते हैं। नहीं कि मंजे ते पै के, खड़े होके घंटियां बधी अपने प्यारिਆਂ ਦੇ ਨਾਲ खड़े खड़े गल्लां कर सकते हैं, विचार कर सकते हैं, अपने दुआले के कार विहारां की निगरानी कर सकते हैं और घंटियां बधी खड़े रहिंदे ने, गलबात करते हैं, चेतन स्वरूप ने। तो उम्र आरजा 95 साल के लगभग उपर है। काल का कोई समय का कोई प्रभाव नहीं। तो इधर उम्र 5 साल है, समय का कोई प्रभाव नहीं, समय का कोई दर्शन नहीं। बल्कि इत्थे ऐसे ऐसे हुक्म कीरतपुर साहब के इस जिसनों अज आपां शीश महल कहते हाँ, इत्थों ऐसे ऐसे संकेत हुक्म जारी हुए ने। समय के नाल केवल हुक्म ही नहीं जारी, उन्होंने क्रियावंत किया गया है। ये बहुत घट ऐसा मिले जो 8वें पातशाह साहब जी ने कीरतपुर साहब जी के थोड़े जे समय दे विच कीता है। बाकी समय ऐसा बहुत घट किया गया।
ਵੀ ਭਰੇ ਦਰਬਾਰ ਦੇ ਵਿੱਚ ਕਿਸੇ ਦਾ ਨਾਂ ਲੈ ਕੇ ਗੱਲ ਕਹਿ ਦੇਣੀ। ਬਾਕੀ ਪਾਤਸ਼ਾਹੀ ਨੇ ਬਹੁਤ ਘੱਟ ਐਸਾ ਕੀਤਾ ਹੈ, ਪਰ 8ਵੇਂ ਪਾਤਸ਼ਾਹ ਸਾਹਿਬ ਜੀ ਨੇ ਇਸ 5.5-6 ਸਾਲ ਦੀ ਸੰਸਾਰਕ ਉਮਰ ਅਤੇ ਕੀਰਤਪੁਰ ਸਾਹਿਬ ਦੇ ਸ਼ੀਸ਼ ਮਹਿਲ ਦਾ ਪਾਵਨ ਦਰਬਾਰ, ਜਿੱਥੇ ਕਈਆਂ ਦੇ ਨਾਂ ਲੈ ਕੇ ਉਹਨਾਂ ਦੇ ਦੋਸ਼ ਦੇ ਗੁਣਵਾਰ ਪ੍ਰਗਟ ਕਰਤੇ। ਦੂਰ ਕੀ ਜਾਣਾ, ਸਾਡੇ ਤੋਂ ਬਹੁਤਾ ਦੂਰ ਨਹੀਂ ਹੈ ਨਾ ਆ ਪਿੰਡ ਲੰਬਿਆਂ, ਕੋ ਬਹੁਤਾ ਦੂਰ ਥੋੜ੍ਹਾ ਹੈ। ਲੰਬਿਆਂ ਪਿੰਡ ਦੀ ਜ਼ਮੀਨ ਦੇ ਵਿੱਚ ਹੀ ਗੁਰਦੁਆਰਾ ਸਾਹਿਬ ਅੰਬ ਸਾਹਿਬ ਹੈ, ਜਿੱਥੇ 7ਵੇਂ ਪਾਤਸ਼ਾਹ ਸਾਹਿਬ ਜੀ ਦੇ ਚਰਨ ਪਏ ਅਤੇ ਪੰਚ ਦੇ ਆਨੰਦ ਚੰਦ ਦੀ ਹੀ ਸੇਵਾ ਦੇ ਸਦਕੇ ਇਹ ਬਾਗ, ਇਹ ਮੁਕਾਮ ਅੰਬਾਂ ਦਾ ਮਹਾਰਾਜ ਜੀ ਦੇ ਨਾਮ 'ਤੇ ਅੱਜ ਅੰਬ ਸਾਹਿਬ ਪ੍ਰਸਿੱਧ ਹੋਇਆ। ਅਤੇ ਜਦੋਂ ਕਿਸੇ ਵਿਅਕਤੀ ਨੂੰ ਵਡਿਆਈ ਮਿਲਣ ਲੱਗ ਪਏ ਤਾਂ ਉਸ ਹੰਕਾਰ ਵੀ ਆਉਣ ਲੱਗ ਪੈਂਦਾ ਹੈ। ਉਸੇ ਵਿਅਕਤੀ ਦੇ ਵਿੱਚ ਕੁਝ ਸਾਲਾਂ ਦੇ ਵਿੱਚ ਹੰਕਾਰ ਆਉਣ ਲੱਗ ਪਿਆ, ਲੈ ਮੇਰੇ 'ਤੇ ਗੁਰੂ ਪਾਤਸ਼ਾਹ ਨਾਲ ਸਾਂਝ ਹੋ ਗਈ, ਮੇਰੇ 'ਤੇ ਬਾਗ ਦੀ ਪੂਜਾ ਹੋਣ ਲੱਗ ਪਈ, ਮੇਰੇ 'ਤੇ ਬਾਗਾਂ ਦੇ ਵਿੱਚ ਰੌਣਕ ਹੋ ਗਈ ਹੈ, ਅਤੇ ਉਸ ਰੌਣਕ ਦੇ ਸਦਕੇ ਆਲੇ ਦੁਆਲੇ 'ਚ ਉਹਦੀ ਪ੍ਰਤਿਸ਼ਠਾ ਹੋ ਗਈ ਹੈ। ਭਾਈ ਇਹਦੇ 'ਤੇ ਗ੍ਰਹਿ ਵਿਖੇ ਗੁਰੂ ਸਾਹਿਬ ਆਪ ਆਏ ਨੇ, ਇਹਦੀ ਭੇਟ ਗੁਰੂ ਸਾਹਿਬ ਨੇ ਸਵੀਕਾਰ ਕਰ ਲਈ ਹੈ। ਉਹਦੀ ਪ੍ਰਤਿਸ਼ਠਾ ਮਾਣ ਵੱਧ ਗਿਆ, ਅਤੇ ਮਾਣ ਅਤੇ ਪ੍ਰਤਿਸ਼ਠਾ ਇੱਕ ਐਸੀ ਬਿਮਾਰੀ ਹੈ ਜੋ ਬਹੁਤ ਲੋਕਾਂ ਨੂੰ ਮਾਰ ਦਿੰਦੀ ਹੈ। ਇਹਦੇ ਅੰਦਰ ਵੀ ਬਿਮਾਰੀ ਵੱਧ ਗਈ, ਹੰਕਾਰ ਵਧਣ ਲੱਗ ਪਿਆ, ਹੰਕਾਰ ਦੇ ਨਾਲ ਨਾਲ ਵਿਕਾਰ ਵਧਣ ਲੱਗ ਪਿਆ। ਦੁਨੀਆ ਦੇ ਵਿਕਾਰ, ਨਸ਼ਿਆਂ 'ਚ ਜਾਣ ਲੱਗ ਪਿਆ, ਵਿਆਭਚਾਰ 'ਚ ਜਾਣ ਲੱਗ ਪਿਆ। ਸਮਾਂ ਪਾ ਕੇ 8ਵੇਂ ਪਾਤਸ਼ਾਹ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਗਏ। ਇਸ ਇਲਾਕੇ ਦੀ ਜਿੱਥੇ ਆਪਾਂ ਹੁਣ ਬੈਠੇ ਹਾਂ, ਕਿਤੇ ਮੈਜ਼ਨ ਕਰੀ ਜਦੋਂ ਸ਼ਹਿਰ ਨਹੀਂ ਗਿਣਾ, ਚੰਡੀਗੜ੍ਹ ਦਾ ਮੋਹਾਲੀ ਜਾਂ ਤਾਂ ਮਨੀ ਮਾਜਰਾ ਹੈ, ਉਹ ਵੀ ਇਤਿਹਾਸਕ ਸਥਾਨ ਨੇ, ਉੱਥੇ ਵੀ ਕੋਈ ਇਤਿਹਾਸ ਦੇ ਨਿਸ਼ਾਨ ਨੇ, ਅਤੇ ਜਾਂ ਇਹ ਸਾਡਾ ਲੰਬਿਆਂ ਦਾ ਨਗਰ ਹੈ। ਅੰਬ ਸਾਹਿਬ ਉਦੋਂ ਗੁਰਦੁਆਰਾ ਸਾਹਿਬ ਨਹੀਂ ਹੈ, ਪਰ ਸਤਿਗੁਰ ਦੇ ਨਿਸ਼ਾਨ ਵਜੋਂ ਸਤਿਕਾਰ ਕੀਤਾ ਜਾਂਦਾ, ਸੰਗਤ ਬੈਠਦੀ ਹੈ, ਭਜਨ ਬੰਦਗੀ ਹੋਣ ਲੱਗ ਪਈ ਹੈ। ਇਹ ਮਾਣ ਸਨਮ ਲੈ ਕੇ ਕਿ ਦੇਖੋ ਜੀ ਮੇਰੇ ਤੇ ਬਾਗ ਦੇ ਵਿੱਚ ਹੁਣ ਸਤ ਸੰਗਤ ਹੁੰਦੀ ਹੈ, ਧਰਮਸ਼ਾਲਾ ਬਣ ਰਹੀ ਹੈ। ਮਹਾਰਾਜ ਦੇ ਦਰਬਾਰ 'ਚ ਪਹੁੰਚ ਗਏ, ਸਾਰੇ ਮੱਥਾ ਟੇਕਿਆ, ਅਤੇ ਇਹ ਕੁਝ ਵੱਖਰਾ ਹੀ ਹੰਕਾਰ ਦੇ ਜਿਵੇਂ ਵੱਖਰਾ ਮਾਣ ਲੱਭਦਾ ਵਿਅਕਤੀ ਜਾ ਬੈਠਾ। ਮਹਾਰਾਜ ਨੇ ਕੀਰਤਨ ਹੁੰਦਿਆਂ ਜਦੋਂ ਬਿਲਾਵਲ ਸਮਾਂ ਆਉਂਦਾ ਨਾ, ਸਾਡੇ ਕੋਲ ਵੇਖਿਆ ਹੋਣਾ, ਬਿਲਾਵਲ ਦੀ ਚੌਂਕੀ ਤੋਂ ਬਾਅਦ ਵਿੱਚ ਕੁਝ ਸਮਾਂ ਹੁੰਦਾ ਸੀ ਜਦ ਮਹਾਰਾਜ ਸੰਗਤ ਦੇ ਨਾਲ ਰੂਬਰੂ ਹੁੰਦੇ। ਸੰਗਤ ਆਪਣੇ ਕੁਝ ਮਨ ਦੀਆਂ ਗੱਲਾਂ ਕਹਿਣੀਆਂ ਹੁੰਦੀਆਂ, ਕਿਸੇ ਖਾਸ ਅਰਦਾਸ ਕਹਿਣੀ ਹੁੰਦੀ, ਕੋਈ ਗੱਲ ਬਚਨ ਕਹਿਣਾ ਹੁੰਦਾ, ਇਲਾਕੇ ਦੀ ਸੰਗਤਾਂ ਨੂੰ ਵਿਦਾਇਗੀ ਵਾਸਤੇ ਸੁਰਪਾਉ ਦੇਣੇ ਹੁੰਦੇ। ਇਹ ਸਾਰਾ ਕੁਝ ਬਿਲਾਵਲ ਦੀ ਚੌਕੀ ਤੋਂ ਬਾਅਦ ਵਿੱਚ ਹੁੰਦਾ, ਅਤੇ ਉਸ ਤੋਂ ਬਾਅਦ ਦੀਵਾਨ ਦੀ ਸਮਾਪਤੀ ਹੁੰਦੀ। ਜਦ ਕੀਰਤਨ ਦਾ ਭੋਗ ਪੈ ਗਿਆ ਅਤੇ ਮਹਾਰਾਜ ਨੇ ਪੰਚ ਪ੍ਰਵਾਨ, ਪੰਚ ਪ੍ਰਧਾਨ, ਪੰਚੇ ਪਾਵੈ ਦਰਗਹਿ ਮਾਨ, ਇਹ ਤੁਕਾਂ ਪੜ੍ਹਨੀ ਸ਼ੁਰੂ ਕਰਤੀਆਂ। ਮਹਾਰਾਜ ਨੇ ਤੁਕ ਪੜ੍ਹੀ, ਅੱਗੇ ਜਾ ਕੇ ਪੰਚ ਮਨਾਏ, ਪੰਚ ਰੁਸਾਏ, ਪੰਚ ਗਵਾਏ, ਇਹ ਤੁਕਾਂ ਪੜ੍ਹੀਆਂ। ਅਤੇ ਨਿਗਾਹ ਬੈਠੇ ਨੰਦ ਚੰਦ 'ਤੇ ਜੋ ਪੰਚ ਸੀ ਇਸ ਇਲਾਕੇ ਦਾ, ਨਿਗਾਹ ਉਸ 'ਤੇ ਟਿਕੀ ਹੋਈ ਹੈ। ਅਤੇ ਅਸੀਂ ਸਾਰੇ ਜਾਣਦੇ ਹਾਂ ਕਿ ਗੁਰੂ ਕੀ ਨਿਗਾਹ ਦੇ ਵਿੱਚ ਹੀ ਸਭ ਕੁਛ ਹੈ। ਯਾਦ ਰੱਖਣਾ, ਤੁਕਾਂ ਪੜ੍ਹੀਆਂ ਅਤੇ ਸਾਰੇ ਸੁਣ ਰਹੇ ਨੇ, ਪਰ ਜੋ ਦ੍ਰਿਸ਼ਟੀ ਪੈ ਰਹੀ ਜਿਸ ਦੇ ਉੱਤੇ ਨਾ, ਘਾਇਲ ਤੇ ਉਹ ਹੋ ਰਿਹਾ ਨਾ, ਆਪਰੇਸ਼ਨ ਤੇ ਉਹਦਾ ਹੋ ਰਿਹਾ। ਜਦੋਂ ਜ਼ਿਕਰ ਗੁਰੂ ਨਾਨਕ ਨੇ ਕੀਤਾ ਕਿ ਸੱਚ ਕੀ ਕਾਤੀ ਹੁੰਦੀ ਹੈ, ਸੱਚ ਸੰਸਾਰ ਧਾੜਕ ਤਿਸ ਕੀ ਅਪਰਿਆਪਾਰ। ਜਦੋਂ ਪਾਤਸ਼ਾਹ ਦੀ ਗਹਿਰੀ ਦ੍ਰਿਸ਼ਟੀ ਇਸ ਪੰਚ ਦੇ ਉੱਤੇ ਪੈ ਰਹੀ ਹੈ, ਹਿਰਦਾ ਕੰਬਣ ਲੱਗ ਪਿਆ, ਥਰਥਰਾ ਉੱਠਿਆ, ਉੱਠ ਖੜਾ ਹੋਇਆ। ਮਹਾਰਾਜ, ਮੈਂ ਪੰਚ ਦੇ ਯੋਗ ਹੀ ਨਹੀਂ ਰਹਿ ਗਿਆ। ਮੈਨੂੰ ਆਲੇ ਦੁਆਲੇ ਦੇ ਸਿਆਣੇ ਲੋਕ ਸਮਝਾਉਂਦੇ ਸੀ, ਭਾਈ ਤੂੰ ਤੇ ਪ੍ਰਤਿਸ਼ਠਿਤ ਹੈ, ਤੈਨੂੰ ਤੇ ਇਲਾਕੇ ਦਾ ਪੰਚ ਹੋਣ ਦਾ ਮਾਣ ਹੈ, ਇਹ ਕਰਤੱਵ ਸ਼ੁਭਦੇ ਨਹੀਂ, ਪਰ ਮੈਨੂੰ ਸਮਝ ਨਹੀਂ ਸੀ ਆਉਂਦੀ। ਬਜ਼ੁਰਗ ਕਹਿੰਦੇ ਸੀ ਇਹ ਕੰਮ ਨਾ ਕਰਿਆ ਕਰ, ਮੇਰੀ ਸਮਝ ਨਹੀਂ ਸੀ। ਮਹਾਰਾਜ ਹੁਣ ਸਮਝ ਆਈਏ ਪੰਚ ਦਾ ਜੀਵਨ ਕੈਸਾ ਹੋਣਾ ਚਾਹੀਦਾ ਹੈ। ਕੇਵਲ ਮੈਂ ਤੇ ਪੰਚਾਇਤੀ ਪੰਚ ਬਣ ਕੇ ਬੈਠਾ ਰਹਿ ਗਿਆ, ਪਰ ਪੰਚ ਦਾ ਤੇ ਮਤਲਬ ਹੈ ਜੋ ਆਪਣੇ ਅੰਦਰੋਂ ਵਿਕਾਰਾਂ ਨੂੰ ਮਿਟਾ ਦੇਵੇ, ਵਿਕਾਰਾਂ ਨੂੰ ਰੁਸਾ ਦੇਵੇ, ਅਤੇ ਪੰਜ ਸ਼ੁਭ ਗੁਣਾਂ ਨੂੰ ਅੰਦਰ ਟਿਕਾ ਲਵੇ। ਮਹਾਰਾਜ ਮੈਂ ਐਸਾ ਨਹੀਂ ਕਰ ਪਾਇਆ, ਮੇਰਾ ਨਗਰ ਉਜੜ ਤੇ ਨਹੀਂ ਜਾਏਗਾ। ਤੁਸੀਂ ਤਾਂ ਕਹਿੰਦੇ ਹੋ ਨਗਰ ਵਸਦਾ ਹੀ ਇਸੇ ਤਰ੍ਹਾਂ ਹੈ। ਯਾਦ ਰੱਖਣਾ, ਆ ਬਾਹਰਲੇ ਨਗਰ ਵੀ ਇਸੇ ਤਰ੍ਹਾਂ ਵਸਦੇ ਨੇ, ਜਿੱਥੋਂ ਦੇ ਪੰਚ ਚੰਗੇ ਹੁੰਦੇ ਨੇ, ਸ਼ੁਭ ਗੁਣਾਂ, ਸ਼ੁਭ ਗੱਲਾਂ, ਸ਼ੁਭ ਵਿਚਾਰਾਂ ਨੂੰ ਆਪਣੇ ਨਗਰ 'ਚ ਲਿਆਉਂਦੇ ਨੇ, ਉਹ ਨਗਰ ਆਬਾਦ ਰਹਿੰਦੇ ਨੇ। ਅਤੇ ਜੇ ਪੰਚ ਸਰਪੰਚ ਹੀ ਮਾੜੇ ਹੋ ਜਾਣ, ਮਾੜੇ ਲੋਕਾਂ ਨਾਲ ਸੰਬੰਧ ਬਣਾ ਲੈਣ, ਮਾੜੇ ਅਨਸਰਾਂ ਦੇ ਨਾਲ ਵਿਚਾਰ ਕਰ ਲੈਣ, ਅਤੇ ਨਗਰ ਦਾ ਉਜਾੜਾ ਕਰ ਬੈਠਦੇ ਨੇ। ਉੱਤੇ ਫਿਰ ਵੀ ਕੁਝ ਸਾਲ ਲੱਗਦੇ ਹੋਣਗੇ,
पर हिरदे रूपी नगर बड़ी छेती वसदा जे ते चेता रखना बड़ी छेती उजड़दा जे। हाथ जोड़ के बह गए, महाराज खिमा कर दिओ। महाराज ने बख्शिशां कीतियां, पंच नूं आबाद होने दा बख्शिश करती, आबाद हो गया। ये वक्त 8वें पातशाह साहब के दौर ही गुजर गए। छतबोता दूरणी रोपड़ रोपड़ दे एक व्यक्ति ਜਿਹੜੇ ਕਿ ਆਪਣੀ ਧੀਆਂ ਨੂੰ ਮਾਰ ਦਿੰਦਾ ਸੀ, ਜਨਮ ਦੀ ਧੀ ਨੂੰ ਮਾਰ ਦੇਣਾ। ਉਸ ਵਕਤ ਲੋਕ ਕਰਦੇ ਸਨ ਐਸਾ, ਧੀਆਂ ਨੂੰ ਮਾਰ ਦਿੰਦੇ ਸਨ। ਆ ਬਾਅਦ ਵਿੱਚ ਸਾਡੇ 'ਚ ਮਰਿਆਦਾ 'ਚ ਇੱਕ ਵਚਨ ਹੈ ਨਾ, ਕੁੜੀ ਮਾਰਦੇ ਨਾਲ ਵਰਤਣਾ ਨਹੀਂ, ਕਿ ਜੋ ਆਪਣੀ ਧੀਆਂ ਨੂੰ ਮਾਰ ਦੇਵੇ ਉਹਦੇ ਨਾਲ ਕਿਸੇ ਪ੍ਰਕਾਰ ਦੀ ਪਰਿਵਾਰਕ ਸਮਾਜਿਕ ਸਾਂਝ ਨਾ ਰੱਖੋ। ਇਹ ਸਾਨੂੰ ਹੁਕਮ ਹੈ। ਹੁਣ ਅਸੀਂ ਪਿਛਲੇ ਕੁਝ ਸਾਲਾਂ ਤੋਂ ਦੇਖ ਰਹੇ ਹਾਂ ਕਿ ਭਰੂਣ ਹੱਤਿਆ ਨਾ ਕੀਤੀ ਜਾਏ। ਸਰਕਾਰੀ ਅਤੇ ਗੈਰ ਸਰਕਾਰੀ ਪੱਧਰ 'ਤੇ बड़े वधे तौर पर यतन आरंभे होणगे, चंगी गल है। पर सानू पता होवे, असी लोगों ने संसार नूं दस नहीं पाए भी कुछ गल्लां ऐसियां ने जिन्हां दी शुरुआत भी गुरु नानक साहब दे घरों ही हुई है। और अज जो गर्ल चाइल्ड नूं सेव अब थां थां ते लिखिया ना, सेव दा गर्ल चाइल्ड, धीआं नूं बचा के रखो, धीआं नूं पढ़ाओ, धीआं वास्ते इदां करो। ये धीआं दे बाबत सब तो पहलां अगर किसी ने आवाज़ चुकी है, ਧੀਆਂ ਦੀ ਸੇਫਟੀ ਵਾਸਤੇ, ਧੀਆਂ ਦੇ ਸਨਮਾਨ ਅਤੇ ਪਿਆਰ ਵਾਸਤੇ, ਧੀਆਂ ਦੇ ਜਨਮ ਵਾਸਤੇ, ਤੇ ਗੁਰੂ ਨਾਨਕ ਦਾ ਘਰ ਹੈ। ਬੇਨਤੀ ਕਰਾਂ, ਅੱਜ ਵੀ ਅਸੀਂ ਕਈ ਵਾਰ ਕਹਿੰਦੇ ਸੁਣਦੇ ਰਹਿੰਦੇ ਹਾਂ ਕਿ ਲੋਕ ਪੁੱਤਰਾਂ ਦੇ ਜਨਮ ਹੁੰਦੇ ਤੇ ਅਰਦਾਸਾਂ ਕਰਦੇ ਨੇ, ਸੁਖਣਾ ਸੁਖ ਦੇ ਮੇਰੇ ਘਰ ਪੁੱਤਰ ਹੋਵੇ, ਮੇਰੇ। ਅੱਜ ਵੀ ਲੋਕ ਇੱਥੇ ਆਉਂਦੇ ਨੇ, ਅਰਦਾਸਾਂ ਕਰਾਉਂਦੇ ਜੀ ਪੁੱਤਰ ਦੀ ਦਾਤ। ਸ਼ਾਇਦ ਹੀ ਕਦੇ ਸਾਲ 'ਚ ਇੱਕ ਅੱਧੀ ਅਰਦਾਸ ਦੀ ਪਰਚੀ ਆਉਂਦੀ ਹੈ ਜਿਸ 'ਚ ਹੋਵੇ ਕਿ ਸੱਚੇ ਪਾਤਸ਼ਾਹ ਮੇਰੇ ਘਰ ਧੀ ਦੀ ਦਾਤ ਬਖਸ਼ੋ। नहीं तो अजे भी नहीं आती। गल्लां बातों असीं बेशक बहुत अवेयर हो गए हाँ, पर एक ख्याल, ये विचार अजे भी नहीं मिलता कि सच्चे पातशाह मेरे घर संतान होवे ते धी होवे। असीं नहीं कह पा रहे। हाँ ठीक है जी उंज, पर शायद आपनूं याद होवे बाबा गुरदिता साहिब जो सतगुरु हरकृष्ण साहिब जी के दादा जी ने ते सतगुरु हरगोबिंद साहिब जी के वड्डे साहिबजादे ने, ਜਦੋਂ ਇਹਨਾਂ ਦਾ ਜਨਮ ਹੋਇਆ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ, ਤੇ ਪਿਤਾ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾਲ ਪਹਿਲੀ ਮੁਲਾਕਾਤ ਜਨਮ ਤੋਂ ਕੁਝ ਸਮੇਂ ਬਾਅਦ ਪਿਤਾ ਪੁੱਤਰ ਦੀ ਮੁਲਾਕਾਤ ਹੋਈ। ਗੁਰੂ ਹਰਗੋਬਿੰਦ ਸਾਹਿਬ ਜੀ ਜੋ ਬਾਹਰ ਦੇ ਕਾਰ ਵਿਹਾਰ ਤੇ ਸੰਗਤਾਂ ਤੋਂ ਫੁਰਸਤ ਪਾ ਗੁਰੂ ਕੇ ਮਹਿਲ ਜੋ ਅੰਮ੍ਰਿਤਸਰ ਸਾਹਿਬ ਆਪਣੇ ਮਹਿਲਾਂ 'ਚ ਗਏ, ਤੇ ਸੁਭਾਵਿਕ ਹੀ ਛੋਟੇ ਜਿਹੇ ਬਾਲਕ ਰੂਪ ਨੂੰ ਪਿਤਾ ਦੀ ਝੋਲੀ 'ਚ ਪਾਇਆ। ਨਾਲੇ ਗੁਰੂ ਨੇ ਤੇ ਨਾਲੇ ਪਿਤਾ ਨੇ। पिता गुरु ने कुछ समा गोद विच खिलाए, लाड लडाए। इन्हां दा बाबा गुरदिता साहब जी का जो चेहरे का मुहांदरा सी ना, वडेरों पता होगा, वो धन गुरु नानक साहब जी के मुहांदरे नाल मिलता जुलता सी। बड़ा प्यार दिता सतगुरु साहब जी ने। नाल पलंग ते बैठे सन माता गंगा जी, कुछ समा लाड लड़ा के खिडा के दादी की गोदी विच पोतरा पा रख दिता। ते दादी माता गंगा बड़े खुश ने। तो ज्यों ही दादी माता की झोली 'च सतगुरु हरगोबिंद साहब जी ने अपने माता गंगा की गोदी विच अपने पुत्र नूं पाया, दादी पोता। तो दादी माँ बड़े खुश ने, तो बड़े प्यार दे नाल अपने पुत्र साडे सतगुरु हरगोबिंद साहब वल निगाह भर के कहण लगे, मेरी अरदास है गुरु नानक किरपा करन जोड़ी रलावे। जिवें आम साडे घर दी बजुर्ग माईयां अरदास करदे ने, गुरु नानक किरपा करन जोड़ी रलावे। कहंदे ने सतगुरु हरगोबिंद साहब जी जिवें माता जी दे कोल झुके सन, उत्थे गोडियां परने होके बह के माता जी पलंग ते बैठे ने। पातशाह साहब जी गोडियां पर ते पलंग की बाही नूं हथ पा कोल बह गए। कहण लगे माता जी बड़े खुश हो अज। माता गंगा कहण लगे हाँ पुत्र, तू जगत गुरु है ठीक है, पर मेरे वास्ते तो पुत्र ही है ना। तो अज तेरे घर गां पुत्र होया तो मैनूं इस तों वध खुशी होर कित्थों मिलनी है। तेरे पिता ने कहा वधी पील बहु पीढ़ी चाली। ये तेरे जन्म के वक्त महाराज ने शब्द गाए सन। अज गां मेरी पीढ़ी अगे वधी है, पीढ़ी चली है, तो मैनूं तो बहुत खुशी है। सतगुरु हरगोबिंद साहब कहने लगे माता जी बहुत खुश जे। तो ठहर के कहने लगे क्यों शक है तेनों कोई जो बार बार पूछ रहे हो। कहने लगे नहीं, फिर भी पूछे जी बहुत खुश जे। कहने लगे हाँ बेटा बतौर माता मैं बहुत खुश हाँ, अज मैनूं माण मिले है। तो कहने लगे फिर एक काम करियो, अरदास करियो
माता जी हस के कहने लगे दुनिया तेरे को अरदास करावे, तेरे दर ते अरदास होवे, तू मैनू कह रहे हो अरदास करने लई? कहने लगे हाँ माता जी, तुसां मेरे जन्म वास्ते भी तो अरदास करवाई सी ना बाबा बुढ़ा साहब जी पासों, तो हुण गां एक अरदास होर कर दिओ कि मेरे घर जे कोई अगली संतान आवे तो धी का जन्म होवे। जी पहली अरदास पहला बचन ਸਾਹਿਤ इतिहास विच है कि किसी वड्डे पद्धर ते किया हो कि जे मेरे घर कदा गां कोई होर संतान जन्म लेवे तो धी जन्म लेवे। इसका पता फिर बीबी वीरो का जन्म होया, जो सिख इतिहास बहुत वड्डी हैसियत शख्सियत होए ने। बेनती करन लगा सां 8वें पातशाह साहब के दरबार च राजा राम नाम का व्यक्ति गया है, रो पड़ता है, धी नूं मार दिंदा है, धी नूं मार के गया है अपने वालों ते लुका छुपा के, पर महाराज ने दरबार च उठा के बाहर कढ़ दिता है। आन बैठा जिवें सी तुसीं बैठे हुए हाँ, सेवादार नूं इशारा किया इस बंदे नूं चुक, इशारा कह दिओ हुक्म दे दिओ दरबार चों बाहर चला जाए। जो सेवादार ने कहा भी तेरे वास्ते हुक्म है, उठ के दरबार चों बाहर चला जा, तेनों बैठने की आग्ञा नहीं है। हाथ जोड़ खड़ा है महाराज, गुरु दरबार विचों तो किसी बार किया नहीं गया की खुमा। तो महाराज कहने लगे धीआं नूं मारन वाले व्यक्ति दे नाल गुरु ते गुरु के सिख की कोई सांझ नहीं हो सकती। जिथों अगे साडे वास्ते हुक्म जारी हो गया भी पंजाबी च पुराना बोल है, कुड़ी मार दे नाल ना वरतो, धीआं नूं बचाउण दे धीआं दे प्रति इहो जिहा मान सन्मान केवल गुरु नानक दे घरों प्राप्त होए। बोल बहुत पहला सुनिया सी, जो आसा की वार दे अज भी सुनिया होना है, सो कि मंदा आखी जित चमह राजान, पर प्रैक्टिकल के रूप दे विच 8वें पातशाह दे वेले ते दरबार ते आ गए। बहुत सारे से निक्के निक्के थोड़े समय दे विच ही कीरतपुर साहिब दे ऐसे घटनाक्रम वारते ने जो अपनी मिसाल आप है। एक बार लम्मे देश तो संगत आई, लम्मा देश तो हुण पाकिस्तान में रह गए चंग्स, दूरों चल के संगत आई, तो संगत में हर पद्धर के लोग होंदे ने, बहुत प्यारे बहुत प्रेमी। तो चेता रखना इन्हां संगतां दे विच माड़े अनसर भी तो होंदे ने, जोड़े भी तो संगतां दे चुके जाते हैं ना, चोर बिरती भी तो विच ही हुंदी ना। उन्हां च एक चोर रल गया भी चल ये तो भगती करते जाण गए, कई पड़ावे ना करने, किते ना किते कोई दा लगेगा, किसी पोटली चों कोई समान कढ़ लिया, किसी दे चों कुछ समान कढ़ लिया। संगत आ रही है महाराज के दरबार के विच एक दूजे नूं शिकायत है, पता नहीं इस वार की हो गया भी किसी ना किस का कोई ना कोई समान गायब हो रहा। हर पड़ाव ते जिथे रात कटते हैं, दिन चढ़दे अपना साजो समान बन के तुरना होंदा है, पर इहदे विच किसी ना किसी का कोई ना कोई समान गायब हो जाता है। जो संगत के मुखी सो तो कुछ शिकायतां पहुँच रही भी अज मेरा आ चीज़ गायब हो गई, अगले ते जाके दा कोई मेरी आ चीज़ गायब हो गई, किसी का गहना गायब हो जाता, किसी होर वस्तु गायब हो जाती है। हुण कह भी नहीं सकते क्योंकि सारी संगत गुरु दर्शनां वास्ते जा रही, किनूं कहिए भी कौन चोर है। जथेदार ने कहता भाई ठीक है सब्र करो, महाराज को चलते हैं, संगत वास्ते चले हाँ, गुरु के दर्शनां में चले हाँ, सानू ऐसा शक नहीं करना चाहिए। पर फिर भी जे वस्तुआं गायब हो रही हैं तो महाराज जाने, चुप करके दरबार च चलो। चलो सारी संगत हौली हौली इस तरह गुरु दरबार च आ गई। जिवें आपां कदे वेखदे ना कदे जत्था संगत दा वड्डा आ जाए तो लाइन लग जाती है, संगत लाइन ला के कीरतपुर साहिब दे इसे शीश महल दरबार च मत्था टेक रहे हैं सारे, आपो अपनी कोई भेटा रख रहे हैं, अरदास आपो अपनी कर रहा हर कोई। जे जदों वो चोर भी हाथ जोड़े आया, बड़ा चंगा चिकना चुपड़ा सरू बाल लिबास, हाथ जोड़े हुए महाराज के सामने वो भी आ खड़ा होया, क्योंकि दिखावा तो भी सच्चे सिख का कर रहा सी ना। जदों सामने आ गया, अपने हाथ जोड़े, कुछ भेंट भी अगे रखी, तो महाराज ने निगाह भर के देखिया तो एक वचन किया, चोर किया चंगा क्यों होए। नाल तुक पढ़ी सी, पढ़ी उन्हें कीर्त पाठ करना, चोर की हामा भरे ना कोई, चोर किया चंगा क्यों होए। बस ये दो लफ्ज़ कहण दी देर सी, निगाह पई, अंदर कंब उठिया, तड़फड़ा उठिया अंदर, कहने लगा महाराज मैं तो चोर हाँ, मैं तो संगत विच आया चोरी की नीयत नाल, तो मैं संगत का बहुत सारा निक्का निक्का सामान जो बनिया जा सकता है मैं चोरी करके बनिया होया है। महाराज कहने लगे चोर की हामी तो किते भी कोई नहीं भरता, ना घर विच, ना संसार विच, ना दरबार विच, ना दरगाह दे विच, क्योंकि चोर का कीता चंगा नहीं हुंदा। जिदा जिदा सामान पता है वापस कर दे, उन्हें सामान खुल के रखता, भाई मैनू हुण ये नहीं याद कि सामान चुके है, तो जिसका है ले लो भाई। ये कौतक के करतब
8वें पातशाह साहब के दरबार समय समय वरते ने। पंजोखरा साहब की घटना साखी तो सब नूं पता है कि छज्जू के सिर ते महाराज ने सोटी रखी है तो छज्जू नूं ब्रह्म ज्ञान हो गया तो वड्डे वक्ता वांग गीता के कठन उपदेश शदाप नूं पता यही छज्जू नूं बाद जो साहब ने सुरपाव दे के दक्षिण वाले पासे जिन्होंने हुण उड़ीसा कहने उत्थे सेवा वास्ते भेजा। ये अपना सारा परिवार समेत उधर चले गए। ये घर ही जाके कहते हैं भाई हिम्मत सिंह जी उस वक्त पैदा हुए ने जिन्हां आके पातशाह दशमेश के हजूर पंजां प्यारियां दे विचों अमृत छकिया है। ये छोह 8वें पातशाह साहब जी इस परिवार में लगी है। तो इस 8वें पातशाह साहब जी उस पवित्र छोह का फल भाई हिम्मत सिंह के रूप में सिख समाज को प्राप्त होया। अज उस पातशाह साहब जी की प्रकाश पुरब की गाथावां दे विच आपां जुड़ मिल बैठे हाँ। सानू सतगुरु करने भाई सतगुरु की सेवा चाहो ना एक चेता रखना मन मार के सेवा करना। जे मन नूं रख के सेवा करोगे तो सेवा तो होंदी रहेगी पर वो वडियाइयां तो बरकतां जो चाहिए ने वो नहीं मिलणगियां। ऐसा दर्शन भी है साडे सिख समाज विच जिन्हें सेवावां कीतियां पर अपना मन नाल रख रहे। जो महाराज दिल्ली पहुँचे ने तो राजा राम सिंह महाराज की सेवा भी करता है पर नाल अपना मन भी उस तरह बराबर रखता है। दो बेड़ियां ते पैर धरता है। औरंगजेब के नाल भी सांझ है जो बना के इस तरह जिवें आज राजनीतिक लोग करते हैं भी दो धिरां बनी रहे मेरी ना गुरु क्या ना बिगड़े ते ना राजे ना बिगड़े दो धिरां सेवा दो धिरां बोल बाणी। तो सब जानते हैं बहुत कुछ लिया उसने बहुत कुछ दिता उसने सिख संगत वास्ते बहुत खर्चे किए ने। अज बंगला साहिब सानू प्राप्त है ये उसे ने गुरु महाराज नूं भेंट किया होया बंगला है राजे का बंगला जो अज बंगला साहिब हो गया है। 8वें पातशाह साहब के निवास वास्ते 8वें पातशाह साहब के रहन वास्ते ये थां ये बंगला अपना खाली करके दिता है पर बावजूद इसते अपना मन जिउंदा रखता है अपने मन नूं नाल रखता है। तो कदे गुरु साहब तो सवाल पूछता है तो कदे गुरु साहब की परख करता है। मन नाल सी तद ही तो गुरु साहब की परख वास्ते अपने घर भोजन ते भी बुलांदा है तो नाल नाल परख भी करता देखा ये वाकिया ही गुरु ने इन्हां को करामात ते ताकत है अंतरजामता है जो गुरु कियां दे विच कही जाती है। तो असां सुनिया ना अपने घर विच ही अपनी विਉਂਤ मुताबक अपने मन की मर्जी के मुताबक मन की चंचलता कहते इनू मन की चंचल दे नाल मनमुखता का करतब कर लिया नाले तो प्रशादे ते बुला लिया प्रशादा इंतजाम तैयार करता लंगर तैयार करता है तो अपने ही राणी नूं कहता भी तू ना गुरु की परख करनी है तो गोलियां के कपड़े पा के बैठ जा। तो किसी दासी नूं महाराणी वाले कपड़े पवा के बिठा दिते हैं। हुण ये सारा कुछ क्यों कर रहा क्योंकि मन चलता है उसका मन चंचल है तो चलता होया चंचल का मतलब तो चल चल जो चंचल टिके ना वो मन चंचल होंदा है। क्योंकि गुरु की आस्था ते जो आप श्रद्धा कहने मन टिकिया नहीं है मन डोलता है। देखा बालक है बालक तो को पता नहीं इंतजामता एवं गुरु साहब ने पिता ने गद्दी देती ये करके तो नहीं पर मैं बुलांदा भी है। महाराज घर पहुँचते हैं अपनी संगत समेत साथियों समेत घर जीव आया भी कहते मान सन्मान भी पूरा करता है लंगर प्रसाद भी सारा इंतजाम किया है। तो सारे आके मत्था टेकण आउंदे ने तो घर की राणियाँ मत्था टेकण वास्ते गल तो करदियां लेकिन बैठियां ने कतार बना के। हुण महाराज सारा कौतक जानते हैं हथ ली सोटी छोटी जी रखी हुई है वो सारियां गोलियां सेवादारनियां जो घर च ने आखिर राजा है बहुत सारा वड्डा अमला स्टाफ होएगा उन्होंने स्टाफ दी बीबियां दे विच एक मैले जे कपड़े पा के जो सेवादारनियां दे लिबास उत्थे उस वक्त दे होणगे राणी बैठी हुई है तो महाराज ने बाल चोज किया सारी बीबियां बैठियां सिर ते सोटी रखते ने ये भी नहीं है दूजी बीबी के सिर ते सोटी रखते हैं निक्के निक्के बालक जिवें कौतक करते हैं ये भी राणी नहीं है ये भी राणी नहीं है। चलद्या जो राणी सी उहदे कोल जा खड़ते ने कोई साखीकार ते कहंदे ने चूँकि राणी श्रद्धालु सी पर राजे के हुक्मां दे सदके लिबास पा बैठी सी तो इस अरदास विच सी कि सच्चे पातशाह मैं राजे के हुक्म दे विच तां लिबास पा बैठी हाँ
पर मैनू तो मान चाहिए, मैनू तो तुहाडा प्यार चाहिए, मैनू तो तुहाडी आसीस चाहिए। तो कहते महाराज उसकी गोद में आ बैठे ने, आ राणी है, तुसीं गोलियां वाले कपड़े क्यों पा बैठे हो, तुसीं ते राणी हो, महाराणी बन के बैठो। मन नाल रखते ने लोग, साडे विच अज भी ले गए ने, वड्डियां सेवावां करते ने, वड्डे अहुदियां ते ने, वड्डे करतब करते ने, पर अपने मन की चंचलता नूं नाल लैके चलते ने। ते चेता रखना, जिहड़े मन की चंचलता नूं सेवा दे नाल लैके चलते ने, वो समानांतर ते चल सकते ने, पर मिलाप हासिल नहीं कर सकते। जिवें रेल दीयां पटड़ियां समानांतर ते यात्रा कर लैंदियां ने, हज़ारां मील सफ़र हो जाता होएगा, पर कदे मिलाप हासिल नहीं होंदा। इसे तरह जिहड़े मन की चंचलता रख के अपने मन की विਉਂਤ दे नाल, मन की बनतर दे नाल सेवावां करते ने, वो गुरु के नेड़े रहिंदे ने, कोई दो राय नहीं। फल मिलते ने उन्होंने भी, वडियाइयां उन्होंने कोल भी हुंदियां ने, दुनिया की ताकतां बरकतां उन्हां कोल हुंदियां ने, पर उन्होंने कोल एक चीज़ नहीं हुंदी, मन का टिकाव नहीं हुंदा। उन्होंने मन विच लोभ नाल चलदा है, लालच नाल चलदा है, हंकार नाल चलदा है। ये सारे पंचे ते पंचे विकार उन्होंने नाल चलदे, इसे करके कदे दरबार च उन्होंने लोभ प्रगट होंदा है, कदे थोड़ा जिहा कमज़ोर मिल जाए तो उन्होंने हंकार प्रगट होने लग पैंदा है, अपणियां दे प्रति उन्होंने मोह प्रगट होंदा है। तो जे किते बच बचा के पार निकल गए तो हंकार देखिया साडे मेरे वर्गा कोई सेवादार ही नहीं है, मेरे वर्गा साडी विਉਂਤਬੰਦੀ कोई नहीं, इन्नी चातुरता दे नाल इन्नी विਉਂਤ ना काम किया, सेवा की, पता ही नहीं लगा किसी नूं, विचों अपना लोभ भी पूरा कर लिया, अपना मोह भी पूरा कर लिया। इसे करके धर्म खेत्र विच क्षमा करना एक मंडल, एक अवस्था है जिथे जाके जदों मन नहीं मरिया हुंदा ना, तो लोगों का काम वध जाता है, क्रोध वध जाता है, लोभ वध जाता है, और ये तमाम रोग असां धार्मिक मंडलों च देखे ने। इस करके महाराज कहने लगे, हे मेरे मन, जे सेवा करनी है तो मन मार। गुरु दरबार च बहुत जोर इस गल ते, मन मार के सेवा करया करो, क्योंकि जे मन बचा के सेवा की तो मन बच जाएगा, सब कुछ मिलेगा, लेकिन मिलाप नहीं मिलेगा। गुर शब्दां च, गुरचरणां च जो आप सुरत ते शब्द का मिलाप कहने, वो नहीं मिलेगा। तो जे गुर शब्द ते सुरत का मिलाप चाहिए है तो मन मारना पएगा, क्योंकि मन मरेगा तो मन फिर तब्दील हो जाएगा, कन्वर्ट हो जाएगा। पहला पता है, ये जिउंदा मन जो मत ना जुड़ता है तो मन मत होंदी है, जो मन बदल जाता है मत तो रहिंदी है, फिर गुरमत हो जाती है। कन्वर्ट कौन? मन ही होंदा है, मत नहीं बदलती, बुद्ध नहीं बदलती, मन नहीं बदलना है। मन ने पूरा बदल जाना गुरु रूप च। असां सुने पाठ करते करते पढ़ेगा, नानक गुर ते गुर होया वेखो तिसै दी रजाए। जदों मन पूरी तरह गुरु नाल जुड़दा है तो गुरु बन जाता है, फिर गुरमत का धारनी हो जाता है। महाराज कहने लगे, तू सेवा कर, आले दुआले देख, मन मेरे सतगुर सेवन अपना से जन वड भागी राम। बड़े वड्डे भागां वाले ने वो गुरमुख भगत जन जो अपने सतगुर की सेवा करते हैं। जो मन मारे अपना से पुरख बैरागी राम। ये भाई जिहड़े अपने मन नूं मार लेंदे ने तो बैरागी ने, तो बैरागी का मतलब सब कुछ त्याग बैठे। हुक्म है ना कि जाके पाठ करांगे, इस 8वें पातशाह तो बाद हुक्म जारी होया है ना, जो महले 9वें का पहले बच्चा साधो मन का मान त्यागो। ते मान मन दे नाल संबंधित है। से जन बैरागी, जिहड़े अपने मन नूं मार लेंदे ने बैरागी हो जान। ते बैरागी का मतलब जो बिल्कुल अतीत, अजकल साडे बोल बाणी शब्द अतीत है। जिन्हें घर परिवार छड़ दिता है, व्यापार छड़ दिता है, खेती बाड़ी छड़ती है, असी कहने देखो जी ते अतीत ने। अतीत का मतलब जो सब कुछ छड़ दिता है, वह एक बदलवा शब्द है निहंग। सब कुछ छुड़ पाए भय निहंगा, गुरबाणी च वचन है। जिसने माया की पकड़ त्याग दी है, जिसने परिवार संसार के बंधनों को त्याग दिता है, जिसने संसार के जंजाल को त्याग दिता है, वह बैरागी है, वह अतीत है, वह निहंग है। पर अज अफसोस इस गल का है कि तिने शब्द मैले हो गए ने। अज सब कुछ पकड़ के भी अगला अपने आप को निहंग कहता, अतीत कहता, तो बैरागी कहता। पर महाराज कहते से जन बैरागी, पता किहड़े? शर्त की पहचान की, सच लिव लागी। जिन्हां दी सच विच लिव लगदी उही बैरागी हुंदे ने।
ਆਪਣਾ ਆਪ ਪਛਾਣਿਆ, ਜਿਉਂ ਜਿਉਂ ਸੱਚ ਸ਼ਬਦ ਨਾਲ ਲਿਵ ਲੱਗਦੀ ਏ ਤੇ ਸੱਚ ਦੇ ਨਿਰਮਲ ਸਰੂਪ ਦੇ ਵਿੱਚੋਂ ਆਪਣਾ ਅਕਸ ਝਲਕਦਾ ਹੈ। ਜਿਵੇਂ ਸ਼ਾਂਤ ਠਹਿਰੇ ਹੋਏ ਪਾਣੀ ਦੇ ਵਿੱਚ ਆਪਣਾ ਹੀ ਅਕਸ ਦਿਸਣ ਲੱਗ ਪੈਂਦਾ ਹੈ, ਜਿਵੇਂ ਗੁਰਸਾਗਰ ਦੇ ਵਿੱਚ ਜਿਉਂ ਜਿਉਂ ਸ਼ਬਦ ਦੀ ਨਿਕਟਤਾ ਬਣਦੀ ਆਪਣਾ ਅਕਸ ਮਿਲਦਾ ਹੈ, ਆਪਣੇ ਬਾਰੇ ਪਤਾ ਲੱਗਣ ਲੱਗ ਪੈਂਦਾ ਹੈ। ਆਪਣੀਆਂ ਕਮੀਆਂ ਮਿਟਾਉਂਦਾ ਮਿਟਾਉਂਦਾ ਫਿਰ ਉਹਦਾ ਰੂਪ ਹੋ ਜਾਂਦਾ ਹੈ। ਮਹਾਰਾਜ ਕਹਿਣ ਲੱਗੇ ਆਪਣਾ ਆਪ ਪਛਾਣਿਆ ਮਤ ਨਿਹਚਲ। ਜਿਨ੍ਹਾਂ ਆਪਣਾ ਪਛਾਣ ਲਿਆ, ਪਹਿਚਾਨ ਕੀ ਹੈ? ਮਤ ਨਿਹਚਲ, ਉਹਨਾਂ ਦੀ ਮਤ ਟਿਕੀ ਹੋਈ ਹੈ। ਦਿੱਲੀ ਦੇ ਰਾਜੇ ਰਾਮ ਸਿੰਘ ਦੀ ਮਤ ਨਹੀਂ ਟਿਕੀ। ਬੁੱਧੀ ਦਾ ਸਿਆਣਾ ਬੜਾ ਹੈ, ਮਨ ਨਹੀਂ ਟਿਕਿਆ, ਵਿਸ਼ਵਾਸ ਨਹੀਂ ਕਰਦਾ। ਬਾਕੀ ਸਿਆਣਪ ਬਹੁਤ ਹੈ। ਸਿਆਣਪ ਦੇ ਨਾਲ ਰਾਜੇ ਔਰੰਗਜ਼ੇਬ ਦੇ ਨਾਲ ਤੇ ਗੁਰੂ ਸਾਹਿਬ ਦੇ ਵਿਚੋਲੇ ਦੇ ਰੂਪ 'ਚ ਵਰਤੀ ਜਾਂਦਾ ਹੈ, ਸਿਆਣਪ ਦੇ ਨਾਲ ਕੰਮ ਕਰੀ ਜਾਂਦਾ ਹੈ, ਪਰ ਮਤ ਨਿਹਚਲ ਨਹੀਂ ਹੈ, ਮਨ ਟਿਕਿਆ ਨਹੀਂ ਹੈ, ਮਨ ਰੱਖਿਆ ਹੋਇਆ। ਮਤ ਨਿਹਚਲ ਅਤ ਗੂੜੀ, ਉਹਨਾਂ ਦੀ ਮਤ ਅਡੋਲ ਹੋ ਜਾਂਦੀ ਹੈ, ਬਹੁਤ ਗਹਿਰੀ ਹੋ ਜਾਂਦੀ ਹੈ। ਗੁਰਮੁਖ ਸਹਿਜੇ ਨਾਮ ਵਖਾਣਿਆ, ਤੇ ਫਿਰ ਉਹਨਾਂ ਦੀ ਪਹਿਚਾਨ ਕੀ ਹੈ? ਉਹ ਗੁਰਮੁਖ ਬਣ ਜਾਂਦਾ ਹੈ। ਫਿਰ ਸਹਿਜ ਵਿੱਚ ਹੀ ਟਿਕਿਆ ਹੋਇਆ ਨਾਮ ਦਾ ਵਿਆਖਿਆਨ ਇੱਥੇ ਵਖਾਣ ਮਤਲਬ ਨਾਮ ਜਪਦਾ ਹੈ, ਨਾਮ ਦੀ ਚਰਚਾ ਕਰਦਾ ਹੈ। ਹਰ ਕਾ ਨਾਮ ਧਿਆਏ ਸੁਣ, ਸਭਨਾਂ ਨੂੰ ਕਰਦਾਨ ਕਰਦਾ ਹੈ। ਅਸੀਂ ਤੇ ਪਦਾਰਥਾਂ ਦੀ ਗੱਲ ਕਰਦੇ ਰਹਿ ਗਏ, ਗੁਰਮਤਿ ਵਿੱਚ ਪਦਾਰਥਾਂ ਦੀ ਗੱਲ ਘੱਟ ਹੈ, ਨਹੀਂ ਕਿ ਨਹੀਂ ਹੈ, ਪਰ ਮਾਤਮਿਕ ਮੰਡਲਾਂ 'ਤੇ ਇਹਨਾਂ ਦਾ ਕੋਈ ਮਤਲਬ ਨਹੀਂ ਹੈ। ਸਹਿਜੀ ਨਾ ਬਖਾਣਿਆ, ਤੇ ਦੂਜੇ ਪਾਸੇ ਜਿਨ੍ਹਾਂ ਦੀ ਗੱਲ ਮਹਾਰਾਜ ਕਰ, ਇੱਕ ਕਾਮਣ ਹਿਤਕਾਰੀ, ਇੱਕ ਉਹਨ ਜੋ ਕੰਮ ਦੇ ਭਰੇ ਹੋਏ ਨੇ, ਵਿਕਾਰ ਨਾਲ ਹਿਤਕਾਰੀ ਨੇ। ਮਾਇਆ ਮੋਹ ਪਿਆਰੀ, ਤੇ ਉਹਨਾਂ 'ਤੇ ਮਾਇਆ ਦਾ ਮੋਹ ਦਾ ਪ੍ਰਭਾਵ ਪੈ ਗਿਆ, ਤੇ ਮਾਇਆ ਦੇ ਇਹਨਾਂ ਵਿਕਾਰਾਂ ਦੇ ਦਲਦਲ 'ਚ ਗਲਤਾਨ ਹੋ ਗਏ ਨੇ। ਕਾਮ ਸਿਰ ਚੜਿਆ ਹੋਇਆ, ਮੋਹ ਸਿਰ ਚੜਿਆ, ਲੋਭ ਸਿਰ ਚੜਿਆ, ਕ੍ਰੋਧ ਸਿਰ ਚੜਿਆ। ਇੱਕ ਕਾਮਣ ਹਿਤਕਾਰੀ, ਮਾਇਆ ਮੋਹ ਪਿਆਰੀ, ਮਨਮੁਖ, ਇਹ ਨੇ ਮਨਮੁਖ। ਹੋਰ ਮਨਮੁਖ ਤੇ ਅਨ ਥਾਵਾਂ 'ਤੇ ਬਾਜ਼ਾਰਾਂ ਵਿੱਚ ਨਹੀਂ ਹੁੰਦੇ, ਮਨਮੁਖ ਸਾਡੇ ਵਿੱਚ ਹੀ ਕਿਤੇ ਨਾ ਕਿਤੇ ਬੈਠੇ ਹੁੰਦੇ ਨੇ, ਜਿਨ੍ਹਾਂ ਦਾ ਲਿਬਾਸ ਗੁਰਸਿੱਖਾਂ ਵਰਗਾ ਤੇ ਗੁਰਮੁਖਾਂ ਵਰਗਾ ਹੁੰਦਾ ਹੈ, ਪਰ ਅੰਦਰ ਕਾਮ ਕ੍ਰੋਧ ਲੋਭ ਚੱਲ ਰਿਹਾ, ਮਨ ਚੱਲ ਰਿਹਾ ਹੁੰਦਾ ਹੈ। ਤੇ ਜੋ ਕੁਝ ਵੀ ਕਰਦੇ ਨੇ ਆਪਣੀ ਮਰਜ਼ੀ ਨਾਲ ਕਰਦੇ ਨੇ, ਆਪਣੇ ਮਨ ਦੀ ਖੁਸ਼ੀ ਵਾਸਤੇ, ਤੇ ਆਪਣੇ ਮਨ ਨੂੰ ਬਚਾ ਕੇ ਕਰਦੇ ਨੇ। ਮਹਾਰਾਜ ਕਹਿਣ ਲੱਗੇ ਇਹ ਫਿਰ ਪਤਾ ਕੌਣ ਨੇ? ਇਹ ਮਨਮੁਖ ਸੋਏ ਰਹੇ, ਆਤਮਿਕ ਤੌਰ 'ਤੇ ਸੁੱਤੇ ਨੇ, ਤੇ ਅਭਾਗੇ ਬਦਕਿਸਮਤ ਨੇ। ਪਹਿਲਾਂ ਕਹਿੰਦੇ ਉਹ ਵਡਭਾਗੇ ਨੇ, ਤੇ ਮਨਮੁਖ ਅਭਾਗੇ ਨੇ। ਆਖਰੀ ਤੁਕ 'ਚ ਕਹਿੰਦੇ ਨਾਨਕ ਸਹਿਜੇ ਸੇਵਹਿ, ਜਿਹੜੇ ਸਹਿਜ ਵਿੱਚ ਟਿਕ ਕੇ ਆਪਣੇ ਸਤਿਗੁਰੂ ਦੀ ਸੇਵਾ ਕਰਦੇ ਨੇ। ਨਾਨਕ ਸਹਿਜੇ ਸੇਵਹਿ, ਗੁਰ ਆਪਣਾ ਸੇ ਪੂਰੇ ਵਡਭਾਗੇ। ਜੋ ਸਹਿਜ ਵਿੱਚ ਟਿਕ ਕੇ ਸੇਵਾ ਕਰਦੇ ਨੇ ਆਪਣੇ ਸਤਿਗੁਰੂ ਦੀ, ਉਹ ਵੱਡੇ ਭਾਗਾਂ ਵਾਲੇ ਨੇ। ਤੇ ਜੋ ਸਹਿਜ ਵਿੱਚ ਨਹੀਂ ਟਿਕਦੇ, ਮਨ ਅੱਗੇ ਰੱਖ ਕੇ ਸੇਵਾ ਕਰਦੇ ਨੇ, ਮਹਾਰਾਜ ਕਹਿਣ ਲੱਗੇ ਤੇ ਬਦਕਿਸਮਤ ਨੇ। ਤੇ ਉਹ ਨੇ ਜੋ ਸਰੋਵਰ ਦੇ ਵਿੱਚ ਜਾ ਕੇ ਵੀ ਪਿਆਸੇ ਬੈਠੇ ਨੇ। ਗੁਰਦੇਵ ਕਿਰਪਾ ਕਰਨ, ਅਸੀਂ ਸਰੋਵਰ 'ਚ ਪਹੁੰਚ ਤੇ ਚੁੱਕੇ ਹਾਂ, ਪਰ ਆਪਣਾ ਮਨ ਮਿਟਾ ਸਕੀਏ, ਲੀਨ ਹੋ ਸਕੀਏ ਗੁਰਸਾਗਰ ਦੇ ਵਿੱਚ, ਗੁਰ ਚਰਨਾਂ ਵਿੱਚ। ਜਿਵੇਂ ਇੱਕ ਬਚਨ ਹੈ, ਗੁਰਸਾਗਰਤ ਨਹੀਂ ਭਰਪੂਰੇ, ਅੰਮ੍ਰਿਤ ਸੰਤ ਚੁਗੈ ਨਹੀਂ ਦੂਰੇ, ਹਰ ਰਸ ਚੋਗ ਚੁਗੈ ਪ੍ਰਭ ਭਾਵੈ, ਸਰਵਰ ਮਹਿ ਹੰਸ ਪ੍ਰਾਨ ਪਤਿ ਪਾਵੈ। ਸਾਨੂੰ ਇੱਥੇ ਪ੍ਰਾਣਪਤੀ ਪ੍ਰਾਪਤ ਹੋ ਸਕੇ। ਭੁੱਲ ਚੁੱਕ ਦੀ ਖਿਮਾ। ਪੁਨः ਆਪ ਸਮੂਹ ਨੂੰ ਸੰਗਤਾਂ ਨੂੰ ਸਤਿਗੁਰ 8ਵੇਂ ਪਾਤਸ਼ਾਹ ਸਾਹਿਬ ਦੀ ਪਾਵਨ ਪ੍ਰਕਾਸ਼ ਦੀ ਬਹੁਤ ਬਹੁਤ ਮੁਬਾਰਕਾਂ। ਭੁੱਲ ਚੁੱਕ ਦੀ ਖਿਮਾ। ਆਸੀਸ ਅਤੇ ਪਿਆਰ ਦਿੰਦੇ ਫਤਿਹ ਬੁਲਾਵਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। One.